श्री नानक पद पंकज बंदन पंकज बंदन सिमरो अंगद दुख निकंदन। अमरदास गुर हृदय त्यावो गुर हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ समत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विशाला। तरों तरा पर पुन पुन शीशा पुन पुन शीशा। बंदों बार बार जगतीशा। जिसमें है अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम वाहिगुरु साहिब जी। कबित कोउ कव उपमा सो देत पार जात पग। कोउ कह गुरु पग कमल अमल है। जो पार जात नच तन गत दान नाहि अमल। कमल रैन विखे मुख मिल है। कोउ कव उपमा सो देत पार जात पग। वाहिगुरु जी का खालसा वाहिगुरु जी की फतेह। सन्मानयोग गुरु प्यारे साध संगत जी, सतगुरां दी पार बख्शिश में रहमत सदका आप नारायण कला तार जग में प्रवरियो। निरंकार पिता धन धन श्री गुरु नानक देव महाराज दी अमर कथा। श्री गुरु नानक प्रकाश जिस दे महान लिखारी भाई संतोख सिंह जी चूड़ामण कवि हैं, जो आप जी पिछले प्रसंग अंदर सरवण कर आए हो कि धन गुरु अंगद देव महाराज के चरणों विच भाई लाला पन्नू जी ते भाई बाला जी जन्म पत्री लैके आउंदे ने। धन गुरु अंगद देव महाराज सच्चे पातशाह निरंकार पिता श्री गुरु नानक देव महाराज की जन्म पत्री नूं मस्तक नाल लाउंदे ने। बड़ा प्यार प्रगट करते हिरदे नाल लाउंदे ने। तां सतगुरु जी जदों जन्म पत्री दे अखर वेखदे ने, देवनागरी संस्कृति विच लिखे हुंदे ने, सतगुरु जी फिर
ਸਿੱਖਾਂ ਤਾਈਂ ਮੁਖਾਤਬ ਹੋ ਕੇ ਕਹਿੰਦੇ ਭਾਈ ਕੋਈ ਐਸਾ ਚਤਰ ਸਿੱਖ ਹੋਵੇ ਜਿਹੜਾ ਦੋਨੋਂ ਅੱਖਰ ਜਾਣਦਾ ਹੋਵੇ, ਗੁਰਮੁਖੀ ਵੀ ਤੇ ਦੇਵਨਾਗਰੀ ਸੰਸਕ੍ਰਿਤੀ ਵੀ। ਤਾਂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰਾਂ ਦੇ ਚਰਨਾਂ ਵਿੱਚ ਮਹਿਮਾ ਜੱਟ ਨਾਮੀ ਸਿੱਖ ਗੁਰੂ ਨੂੰ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਪੈੜਾ ਮੁਖਾ ਨਾਮੀ ਸਿੱਖ ਸੁਲਤਾਨਪੁਰ ਲੋਧੀ ਰਹਿੰਦਾ ਹੈ। ਉਹ ਸੰਸਕ੍ਰਿਤੀ ਅੱਖਰ ਵੀ ਜਾਣਦਾ ਹੈ, ਲਿਖਣੇ ਪੜ੍ਹਨੇ ਜਾਣਦਾ ਹੈ, ਗੁਰਮੁਖੀ ਵੀ ਜਾਣਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਤੁਸੀਂ ਜਾ ਕੇ ਉਹਨਾਂ ਨੂੰ ਲੈ ਕੇ ਆਓ। ਭਾਈ ਮਹਿਮਾ ਜੀ ਜਾ ਕੇ ਸੁਲਤਾਨਪੁਰ ਲੋਧੀ ਤੋਂ ਪੈੜੇ ਮੁਖੇ ਨੂੰ ਲੈ ਕੇ ਆਉਂਦੇ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਕਾਗਜ਼ ਕਲਮ ਮੰਗਵਾਏ ਜਾਂਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਉਹ ਸਾਰੀ ਗੁਰਮੁਖੀ ਦੇ ਵਿੱਚ ਲਿਖਵਾ ਦਿੰਦਾ ਹੈ। ਤਾਂ ਹੁਣ ਭਾਈ ਬਾਲਾ ਜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਅਮਰ ਕਰ ਦੇਣ ਵਾਲੀ ਕਥਾ ਸੁਣਾਉਂਦੇ ਨੇ। ਬੇਅੰਤ ਸਿੱਖ ਸੰਗਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੀਆਂ ਨੇ। ਤਾਂ ਆਓ ਕਿਹੜੇ ਕਿਹੜੇ ਸਿੱਖ ਉਸ ਸਮੇਂ ਮੁਖੀ ਸਿੱਖਾਂ ਦੇ ਵਿੱਚੋਂ ਮੌਜੂਦ ਸਨ ਉਹ ਸਾਰਾ ਤੁਸੀਂ ਪ੍ਰਸੰਗ ਸਰਵਣ ਕੀਤਾ ਹੈ। ਬਾਬਾ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਧਿੰਗਾ ਨਾਈ ਜੀ, ਆਈ ਤਾਂ ਆਦਿਕ ਹੋਰ ਗੁਰਸਿੱਖ ਪਿਆਰੇ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੀ ਮਹਿਮਾ ਵਿੱਚ ਕਥਾ ਸਰਵਣ ਕਰਨਗੇ। ਹੁਣ ਅਗਲਾ ਪ੍ਰਸੰਗ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਰੰਭ ਹੋਣ ਲੱਗਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਅਵਤਾਰ ਹੋਣਾ ਇਹ ਸਾਰੇ ਪ੍ਰਸੰਗ ਦੇ ਵਿੱਚ ਆਵੇਗਾ। ਆਪ ਜੀ ਮਨੋਬਿਰਤੀਆਂ ਇਕਾਗਰ ਕਰੋ, ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਕਬਿਤ ਕੋ ਕਉ ਉਪਮਾ ਸੋ ਦੇਤ ਪਾਰ ਜਾਤ ਪਗ ਕੋ ਕਹਿ ਗੁਰੂ ਪਗ ਕਮਲ ਅਮਲ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੋਈ ਕਵੀ ਗੁਰੂ ਜੀ ਦੇ ਚਰਨਾਂ ਨੂੰ ਕਲਪ ਬ੍ਰਿਸ਼ ਨਾਲ ਉਪਮਾ ਦਿੰਦਾ ਹੈ। ਕੋਈ ਲਿਖਾਰੀ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਦੇ ਚਰਨ ਨਿਰਮਲ ਕਮਲ ਵਰਗੇ ਹਨ। ਹਾਂਜੀ। ਜੋ ਪਾਰ ਜਾਤ ਨਜ ਤਨ ਗਤ ਦਾਨ ਨਾਹੀ ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ। ਪਰ ਉਹਨਾਂ ਕਵੀਆਂ ਨੂੰ ਇਹ ਨਹੀਂ ਪਤਾ ਕਿ ਕਲਪ ਬ੍ਰਿਸ਼ ਅਤੇ ਕਮਲ ਦਾ ਨਾ ਤਾਂ ਚੇਤਨ ਹਨ ਤੇ ਨਾ ਹੀ ਮੁਕਤੀ ਦੇਣ ਵਾਲੇ ਹਨ। ਭਾਵਨਾ ਦੇ ਵਿੱਚ ਕੋਈ ਕਹਿ ਦਿੰਦੇ ਨੇ ਗੁਰੂ ਸਾਹਿਬ ਜੀ ਦੇ ਚਰਨ ਪਾਰ ਜਾਤ ਵਰਗੇ ਨੇ, ਗੁਰੂ ਸਾਹਿਬ ਜੀ ਦੇ ਚਰਨ ਕਮਲ ਵਰਗੇ ਨੇ। ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਉਹਨਾਂ ਕਵੀਆਂ ਨੂੰ ਪਤਾ ਨਹੀਂ ਹੈ ਕਿ ਪਾਰ ਜਾਤ ਕਲਪ ਬ੍ਰਿਸ਼ ਇਹ ਜਿਹੜੇ ਨੇ ਇਹ ਮੁਕਤੀ ਦੇਣ ਵਾਲੇ ਨਹੀਂ ਹਨ। ਇਹ ਚੇਤਨ ਨਾ ਤਾਂ ਚੇਤਨ ਹਨ ਤੇ ਨਾ ਹੀ ਮੁਕਤੀ ਦੇਣ ਵਾਲੇ ਹਨ। ਵੈ ਤੋ ਸਹਚੇਤ ਦੀਤ ਕਾਮਨਾ ਭਗਤ ਨਿਚ ਬਸਰ ਔਰ ਰਜਨੀ ਮੇ ਏਕ ਸੇ ਸੋ ਤੁਲ ਹੈ। ਕਵਲ ਤਾਂ ਸਦਾ ਖਿੜਿਆ ਨਹੀਂ ਰਹਿੰਦਾ ਕਿਉਂਕਿ ਰਾਤ ਨੂੰ ਉਹਦਾ ਮੂੰਹ ਬੰਦ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਦੇ ਚਰਨ ਚੇਤਨਾ ਵਾਲੇ ਹਨ, ਆਪਣੇ ਭਗਤਾਂ ਦੀਆਂ ਮਨੋ ਕਾਮਨਾਵਾਂ ਪੂਰਨ ਕਰਨ ਵਾਲੇ ਹਨ ਤੇ ਦਿਨ ਰਾਤ ਹਰ ਸਮੇਂ ਇੱਕ ਰਸ ਰਹਿਣ ਵਾਲੇ ਹਨ ਅਤੇ ਇੱਕ ਸਮਾਨ ਹਨ। ਲਖੇ ਪਦ ਆਦਰ ਨ ਪਾਰ ਜਾਤ ਕਮਲ ਕੋ ਤਾਂ ਤੇ ਪਗ ਪਗ ਪਾਰ ਜਾਤ ਨ ਕਮਲ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਮੈਂ ਨਹੀਂ ਇਹ ਲਿਖਦਾ, ਮੈਂ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਜੀ ਦੇ ਚਰਨ ਪਾਰ ਜਾਤ ਹਨ, ਗੁਰੂ ਸਾਹਿਬ ਜੀ ਦੇ ਚਰਨ ਕਮਲ ਦੀ ਨਿਆਈ ਹਨ। ਗੁਰੂ ਜੀ ਦੇ ਚਰਨਾਂ ਦੇ ਆਦਰ, ਗੁਰੂ ਜੀ ਦੇ ਚਰਨਾਂ ਦੇ ਆਦਰਯੋਗ ਸਮਝਦਾ ਹਾਂ ਤੇ ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨ ਗੁਰੂ ਸਾਹਿਬ ਜੀ ਦੇ ਚਰਨਾਂ ਵਰਗੇ ਹੀ ਹਨ। ਨਾ ਉਹ ਪਾਰ ਜਾਤ ਵਰਗੇ ਨੇ ਨਾ ਕਮਲ ਫੁੱਲ ਦੀ ਨਿਆਈ ਨੇ, ਕਿਉਂਕਿ ਪਾਰ ਜਾਤ ਵੀ ਚੇਤਨ ਨਹੀਂ ਹੈ, ਜੜ ਚੇਤਨ ਹੈ। ਕਮਲ ਵੀ ਚੇਤਨ ਨਹੀਂ ਹੈ, ਮੁਕਤੀ ਨਹੀਂ ਦੇ ਸਕਦਾ। ਤਾਂ ਗੁਰੂ ਸਾਹਿਬ ਜੀ ਦੇ ਚਰਨ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਰਗੇ ਹੀ ਹਨ, ਨਾ ਪਾਰ ਜਾਤ ਵਰਗੇ ਹਨ, ਕਮਲ ਦੇ ਫੁੱਲ ਵਰਗੇ ਹਨ। ਚੌਪਈ ਕਰ ਤੂੰ ਵੀ ਕਟ ਕੀਨ ਕੋ ਪੀਨਾ। ਭਾਈ ਸੰਤੋਖ ਸਿੰਘ ਜੀ ਭਾਈ ਬਾਲਾ ਜੀ ਦਾ ਰੂਪ ਵਰਣਨ ਕਰਦੇ ਨੇ ਕਿ ਭਾਈ ਬਾਲਾ ਜੀ ਦਾ ਰੂਪ ਐਸਾ ਬਣਾਇਆ ਹੋਇਆ ਭਾਈ ਬਾਲਾ ਜੀ ਨੇ ਜਿੱਦਾਂ ਨੇ ਸਾਰੀ ਅਮਰ ਕਥਾ ਸੁਣਾਉਣੀ ਹੈ। ਉਹਨਾਂ ਦੀ ਉਪਮਾ ਵਿੱਚ ਵੀ ਬਚਨ ਕਹਿ ਰਹੇ ਨੇ ਕਿ ਉਹਨਾਂ ਦਾ ਭੇਖ ਕੈਸਾ ਹੈ, ਹੱਥ ਵਿੱਚ ਤੂੰਬੀ ਫੜੀ ਹੋਈ ਹੈ,
ਕੱਟ ਕੀਨ ਕੁਪੀਨਾ, ਲੱਕ ਨਾਲ ਲੰਗੋਟੀ ਬੱਧੀ ਹੋਈ ਹੈ। ਤਨ ਉਪਰ ਕਮਰੀ ਸਤ ਲੀਨਾ, ਜਿਸਮ ਉੱਪਰ ਕੰਬਲੀ ਲਈ ਹੈ ਤੇ ਸਿਰ ਤੇ ਸਫੇਦ ਸਾਫਾ ਬੰਨਿਆ ਹੋਇਆ ਹੈ। ਉੱਚੀ ਕੁਲੇ ਸੀਸ ਭਰ ਧਾਰੀ, ਸਿਰ ਦੇ ਉੱਪਰ ਸਫੇਦ ਰੰਗ ਦਾ ਸਾਫਾ ਬੰਨਿਆ ਹੈ, ਪੱਗ ਬੰਨੀ ਹੈ, ਦਾੜਾ ਚਿੱਟਾ ਹੈ। ਸ਼ਮਸ਼ ਸੇ ਸਵੇਤ ਦੀਰਘ ਇਕਸਾਰੀ, ਦਾੜਾ ਚਿੱਟਾ ਤੇ ਲੰਮਾ ਤੇ ਇਕਸਾਰ ਹੈ ਭਾਈ ਬਾਲਾ ਜੀ ਦਾ। ਔਰ ਮੈਂ ਕਰ ਗੁਰੂ ਨਾਨਕ ਧਿਆਨਾ, ਦਿਲ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰਿਆ ਹੈ। ਬੰਦੇ ਪਾਦਰ ਬੇਂਦ ਬਿਦਾਨਾ, ਗੁਰੂ ਜੀ ਦੇ ਚਰਨ ਕਮਲਾਂ ਨੂੰ ਬੰਦਨਾ ਕਰ ਰਿਹਾ ਹੈ ਭਾਈ ਬਾਲਾ। ਬਾਲਾ ਵਰਣਨ ਕਰਨ ਲਗਾ ਬਰ, ਭਾਈ ਬਾਲਾ ਆਪਣੇ ਚੰਦਰ ਮੁਖ ਤੋਂ ਅੰਮ੍ਰਿਤ ਸਮਾਨ ਸਸ ਮੁਖ ਤੇ ਇਤਿਹਾਸ ਸੁਦਾਸਰ, ਗੁਰੂ ਸਾਹਿਬ ਜੀ ਦਾ ਅੰਮ੍ਰਿਤ ਸਮਾਨ ਗੁਰ ਇਤਿਹਾਸ ਵਰਣਨ ਕਰ ਰਿਹਾ ਭਾਈ ਬਾਲਾ ਜੀ। ਕਲਯੁਗ ਪਾਏ ਕਾਲ ਪ੍ਰਜੋਰਾ, ਭਾਈ ਬਾਲੇ ਨੇ ਕਿਹਾ, ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਕਲਯੁਗ ਆਪਣੇ ਕਰੂਰ ਰੂਪ ਵਿੱਚ ਪੂਰੇ ਜੋਰਾਂ ਤੇ ਸੀ। ਪ੍ਰਗਟ ਭਏ ਅਗ ਓਗ ਪ੍ਰਘੋਰਾ, ਪਾਪ ਨੇ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ ਸੀ। ਆਦਿ ਕਾਲ ਹੋਤ ਉਤਪਾਤਾ, ਕਾਲ ਪੈ ਜਾਣਾ ਆਦਿ ਦੁਰਘਟਨਾ ਆਮ ਵਾਪਰ ਰਹੀਆਂ ਸਨ। ਬਹੁਤ ਕਾਲ ਵੱਧ ਗਿਆ ਸੀ ਸੰਸਾਰ ਦੇ ਵਿੱਚ। ਭਇਓ ਮਲੇਸ਼ ਰਾਜ ਬਖਿਆਤਾ, ਮਲੇਸ਼ਾਂ ਦੀ ਹਕੂਮਤ ਵੱਧ ਰਹੀ ਸੀ। ਚੌਪਈ ਪੰਥ ਮੁਹੰਮਦ ਬੜਤ ਅਪਾਰਾ, ਮੁਹੰਮਦ ਦਾ ਭਾਵ ਇਸਲਾਮ ਮਤ ਬਹੁਤ ਵੱਧ ਰਿਹਾ ਸੀ ਉਹਨਾਂ ਸਮਿਆਂ ਦੇ ਵਿੱਚ। ਹਾਂਜੀ, ਕਲਮਲ ਮੈਂ ਮਤਹੀਨ ਵਿਚਾਰ, ਪਾਪ ਰੂਪ ਮਲੇਸ਼ ਗਰੀਬ ਪ੍ਰਜਾ ਤੇ ਜ਼ੁਲਮ ਕਰ ਰਹੇ ਸਨ। ਇੰਨਾ ਪਾਪ ਵਧਿਆ ਹੋਇਆ ਸੀ ਇਹਨਾਂ ਮਲੇਸ਼ਾਂ ਦਾ। ਉਹ ਗਰੀਬ ਕੋ ਹਤ ਹੈ ਕੁਸਾਲੀ, ਗਊ ਗਰੀਬ ਨੂੰ ਅਨਿਆਈ ਮੌਤੇ ਮਾਰੇ ਜਾ ਰਿਹਾ ਸੀ, ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ। ਗਊ ਗਰੀਬ ਦੀ ਹੱਤਿਆ ਹੋ ਰਹੀ ਸੀ। ਕਾਲ ਕੇ ਕਾਲੇ ਕੀਨ ਕੋ ਚਾਲੀ, ਮੌਤ ਦੇ ਫਰਿਸ਼ਤੇ ਖੋਟੀ ਚਾਲ ਚੱਲ ਰਹੇ ਸਨ ਉਸ ਸਮੇਂ। ਨਿਰਪਤ ਭਏ ਮਤ ਮੰਦ ਮਲੀਨਾ, ਰਾਜੇ ਜਿਹੜੇ ਨੇ ਭੈੜੀ ਬੁੱਧੀ ਵਾਲੇ ਤੇ ਮਲੀਨ ਮੈਲੇ ਹੋ ਗਏ ਸਨ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ਉਸ ਸਮੇਂ ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਏ। ਇਹ ਦਸ਼ਾ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਤੋਂ ਪਹਿਲਾਂ। ਤਾਂ ਉਸ ਸਮੇਂ ਨਿਰਪਤ ਜਿਹੜੇ ਰਾਜੇ ਭੈੜੀ ਬੁੱਧੀ ਵਾਲੇ ਤੇ ਮਲੀਨ ਮੈਲੇ ਹੋ ਗਏ ਸਨ। ਜਨ ਸ਼ੁਭ ਕਰਮ ਖੋਸ ਕੇ ਸਲੀਨਾ, ਸਾਰੇ ਲੋਕਾਂ ਨੂੰ ਸ਼ੁਭ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਸੀ। ਮੰਤਰੀ ਲੋਪਲ ਬੇਗਿਆਗਾਮੀ, ਬੇਸਵਾਗਾਮੀ, ਮੰਤਰੀ ਲੋਲਪ ਬੇਸਿਆਗਾਮੀ, ਮੰਤਰੀ ਲੰਪਟ ਤੇ ਵਿਭਚਾਰੀ ਹੋ ਗਏ, ਵੇਸਵਾਗਾਮੀ ਹੋ ਗਏ, ਰਾਜੇ ਪਾਪੀ ਬਣ ਗਏ, ਮਲੀਨ ਬੁੱਧੀ ਵਾਲੇ ਹੋ ਗਏ। ਜਿਹੜੇ ਉਹਦੇ ਅਹਿਲਕਾਰ ਸਨ, ਮੰਤਰੀ ਸਨ, ਉਹ ਰਾਜੇਸ਼ੀ ਮੁਕੱਦਮ ਕੁੱਤੇ, ਮੁਕੱਦਮ ਦੇ ਅਰਥ ਨੇ ਮੰਤਰੀ। ਰਾਜੇ ਬਘਿਆੜ ਬਣ ਗਏ ਤੇ ਜਿਹੜੇ ਮੁਕੱਦਮ ਮੰਤਰੀ ਸਨ, ਉਹਦੇ ਅਹਿਲਕਾਰ ਸਨ, ਉਹ ਕੁੱਤਿਆਂ ਦੀ ਨਿਆਈ ਹੋਏ ਸਨ। ਇਸ ਕਰਕੇ ਦੁਰਾਚਾਰ ਕਰਹੀ ਮਨ ਬਾਮੀ, ਟੇਢੇ ਮਨ ਵਾਲੇ ਬੜੇ ਭੈੜੇ ਕਰਮ ਕਰਦੇ ਸਨ। ਦੁਰਾਚਾਰ ਦੇ ਅਰਥ ਨੇ ਟੇਢਾ ਮਨ ਕਰਨਾ, ਭਾਵ ਕਿ ਉਲਟੇ ਪਾਸੇ ਚੱਲਣਾ। ਹਾਂਜੀ, ਦੋਹਰਾ ਦੁਰਮਤ ਦੁਸ਼ਟ ਦਰੋਦਰੀ, ਦੋਕ੍ਰਿਤ ਦੁਖਤ ਕਲੇਸ਼, ਖੋਟੀ ਬੁੱਧ, ਦੁਸ਼ਟਤਾ, ਜੂਏਬਾਜੀ, ਬਖੀਲੀ, ਦੁੱਖ, ਸਾਰੇ ਸੰਤਾਪ। ਹਾਂਜੀ, ਸੋਨ ਸਿੰਘ ਕਾ ਸਰਸ ਸੋ ਧਰਮ ਭਇਓ ਰਾਕੇਸ਼, ਇਹ ਸਾਰੇ ਸਿੰਘ ਕਾ ਰਾਖਸ਼ਣੀ ਦੇ ਪੁੱਤਰ ਰਾਹੂ ਦੇ ਸਮਾਨ ਹੋ ਗਏ ਤੇ ਪੂਰਨਮਾਸ਼ੀ ਦਾ ਚੰਦਰਮਾ ਹੋ ਗਿਆ ਧਰਮ ਜਿਹੜਾ ਸੀ। ਚੌਪਈ ਨਿਰਪਦ ਪੁਕਾਰ ਨ ਸੁਨਹਿ ਕਾਈ, ਰਾਜੇ ਕਿਸੇ ਦੀ ਫਰਿਆਦ ਨਹੀਂ ਸੀ ਸੁਣਦੇ। ਐਸੀ ਹਾਲਤ ਬਣੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਰਾਜੇ ਕਿਸੇ ਦੀ ਪੁਕਾਰ ਨਹੀਂ ਸੀ ਸੁਣਦੇ। ਕਾਜੀ ਰਿਸ਼ਵਤ ਬਸ ਅਧਕਾਈ, ਕਾਜੀ ਲੋਕ ਰਿਸ਼ਵਤ ਲੈ ਕੇ ਝੂਠੇ ਨੂੰ ਸੱਚਾ ਬਣਾ ਦਿੰਦੇ ਸਨ, ਝੂਠੇ ਕੋ ਸਾਚਾ ਕਰ ਦੇਈ। ਨਿਰਪਤ ਪੁਕਾਰ ਨਾ ਸੁਣਹਿ ਕਾਈ, ਕਾਜੀ ਰਿਸ਼ਵਤ ਬਸ ਅਧਕਾਈ, ਬਸ ਰਿਸ਼ਵਤ ਹੀ ਲੈਂਦੇ ਸਨ। ਝੂਠੇ ਕੋ ਸਾਚਾ ਕਰ ਦੇ, ਰਿਸ਼ਵਤ ਲੈ ਕੇ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਸਾਬਤ ਕਰ ਦਿੰਦੇ ਸਨ। ਸਤ ਨਿਆਇ ਕੋ ਨਾਉ ਨ ਲਈ, ਕੋਈ ਨਿਆਂ ਦਾ ਕੋਈ ਉੱਥੇ ਕੰਮ ਨਹੀਂ ਸੀ। ਨਿਆਂ ਦੇਣ ਵਾਲਾ ਨਾਂ ਨਹੀਂ ਸੀ ਲੈਂਦੇ, ਕਿਸੇ ਨੂੰ ਕੋਈ ਨਿਆਂ ਨਹੀਂ ਸੀ ਦਿੰਦੇ। ਕਾਜੀ ਜਿਹੜੇ ਸਨ, ਕਾਜੀ ਹੋਈ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸੁਣੋ ਉਸ ਸਮੇਂ ਦੀ ਦਸ਼ਾ। ਜਹ ਤੈ ਚਲੀ ਮਲੇਸ਼ਨ ਭਾਖਾ, ਥਾਂ ਥਾਂ ਮਲੇਸ਼ਾਂ ਦੀ ਬੋਲੀ ਦਾ ਬੋਲਬਾਲਾ ਹੋ ਗਿਆ। ਨਿਜ ਨਿਜ ਧਰਮ ਨਰਨ ਸਭ ਦਾਖਾ, ਆਪੋ ਆਪਣਾ ਧਰਮ ਸਭ ਮਨੁੱਖਾਂ ਨੇ ਛੱਡ ਦਿੱਤਾ। ਪੁੰਨਹੀਨ ਤਨ ਪਾਪਨ ਪੀਨਾ, ਕਹਿੰਦੇ ਪੁੰਨ ਕਰਮ ਜਿਹੜਾ ਸੀ ਕਮਜ਼ੋਰ ਹੋ ਗਿਆ ਤੇ ਪਾਪ ਕਰਮ ਤਕੜੇ ਹੋ ਗਏ। ਪਾਪਨ ਪੀਨਾ, ਪੁੰਨਹੀਨ, ਪੁੰਨ ਜਿਹੜਾ ਸੀ ਕਮਜ਼ੋਰ ਹੋ ਗਿਆ, ਧਰਮ ਕਮਜ਼ੋਰ ਹੋ ਗਿਆ ਤੇ ਪਾਪ ਕਰਮ ਤਕੜੇ ਹੋ ਗਏ। ਪਾਪਨ ਪੀਨਾ, ਹਾਂਜੀ। ਦਰਬ ਖਸੋਟੇ ਦੇਖਤ ਦੀਨਾ, ਗਰੀਬ ਤੇ ਕਮਜ਼ੋਰ ਨੂੰ ਵੇਖ ਕੇ ਧਨ ਖੋਹ ਲੈਂਦੇ ਸਨ। ਹਰ ਕਾਰਜ ਕੇ ਕਰਤਾ ਹਾਨੀ, ਪਰਾਏ ਕੰਮ ਕਰਨ ਵਾਲੇ ਦਾ ਨਾਸ਼ ਹੀ ਹੁੰਦਾ ਹੈ। ਜਿਵੇਂ ਸਨ ਜਿਉ ਤਨ ਖੋਵੇ ਦੁਖਦਾਨੀ, ਜਿਵੇਂ ਪਟਸਨ ਆਪਣਾ ਆਪ ਕਟਾ ਕੇ ਰੱਸੇ ਦਾ ਰੂਪ ਹੋ ਕੇ ਦੂਜੇ ਨੂੰ ਬੰਨਣ ਦੇ ਕੰਮ ਆ ਕੇ ਦੁਖਦਾਈ ਹੁੰਦੀ ਹੈ। ਹਰ ਧਨ ਪਰ ਨਿੰਦਿਆ ਪਰਦਾਰਾ, ਐਸੀ ਹਾਲਤ ਹੋ ਗਈ ਸੱਚੇ ਪਾਤਸ਼ਾਹ। ਪਰਾਇਆ ਧਨ, ਪਰਾਈ ਨਿੰਦਿਆ, ਪਰਾਈ ਇਸਤਰੀ, ਪਰਦਾਰਾ। ਨਿਸ ਦਿਨ ਤਨ ਮਨ ਸੋਹਿਤ ਧਾਰਾ, ਪਰਾਇਆ ਧਨ, ਪਰਾਈ ਨਿੰਦਿਆ, ਪਰਦਾਰਾ, ਪਰਾਈ ਇਸਤਰੀ। ਇਹਦੇ ਵਾਸਤੇ ਦਿਨ ਰਾਤ ਮਨ ਨਾਲ ਪ੍ਰੇਮ ਦੀ ਧਾਰਾ ਚੱਲਦੀ ਸੀ। ਤਨ ਮਨ ਨਾਲ ਇਹਨਾਂ ਦੇ ਵਿੱਚ ਲਪਟੇ ਹੋਏ ਸਨ। ਦੋਹਰਾ ਜੰਗਮ ਬਹੁਤ ਸਰੀਵਰੇ ਕਰਤ ਦਿਗੰਬਰ ਕਾਰਾਰ। ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਉਸ ਸਮੇਂ ਧਾਰਮਿਕ ਲੋਕ ਵੀ ਐਸੇ ਸਨ ਕਿ ਜੰਗਮ ਜਿਹੜੇ ਟੱਲੀਆਂ ਖੜਕਾ ਕੇ ਮੰਗਣ ਵਾਲੇ ਹੁੰਦੇ ਨੇ, ਗੋਰ ਜਾਨੀ, ਸਰੇਵੜੇ, ਦਿਗੰਬਰ। ਜੈਨੀਆਂ ਦੇ ਦੋ ਭੇਦ ਹਨ, ਹਾਂਜੀ। ਹਰ ਦਰਸ਼ਨ ਹਰ ਨਾਮ ਬਿਨ ਹੋਤ ਬਾਦ ਮਰ ਖਵਾਰ। ਜੈਨੀਆਂ ਦੇ ਦੋ ਭਿੰਨ, ਸਰੇਵੜੇ ਤੇ ਦਿਗੰਬਰ, ਤੇ ਆਪਸ ਵਿੱਚ ਝਗੜਾ ਕਰਦੇ ਸਨ। 6 ਮੱਤ ਵਾਹਿਗੁਰੂ ਦੇ ਨਾਮ ਤੋਂ ਬਗੈਰ। ਖੱਟ ਦਰਸ਼ਨ ਦੇ ਅਰਥ ਨੇ 6 ਮੱਤ, ਵਾਹਿਗੁਰੂ ਦੇ ਨਾਮ ਤੋਂ ਬਗੈਰ ਬਾਅਦ ਵਿੱਚ ਖਰਾਬ ਹੁੰਦੇ ਹਨ। ਚੌ ਪਈ ਕੀਨੇ ਦਵਾਦਸ਼ ਮਾਰਗ ਜੋਗੀ, ਦਵਾਦਸ਼ 2 ਤੇ 10 12 ਪੰਥ ਜੋਗੀਆਂ ਨੇ ਬਣਾ ਲਏ ਆਪਣੇ, ਹਾਂਜੀ। ਭਾਉ ਭਗਤ ਬਿਨ ਭਏ ਬਿਯੋਗੀ, ਪਰ ਪ੍ਰਭੂ ਦੀ ਭਗਤੀ ਬਗੈਰ ਉਹ ਮਾਲਕ ਤੋਂ ਵਿਛੜੇ ਹੋਏ। 12 ਪੰਥ ਇਹ ਹਨ, ਹੇਤੂ, ਭਾਵ, ਆਈ। ਆਈ ਆਪਾਂ ਪੜ੍ਹਦੇ ਆ ਨਾ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ। ਇੱਕ ਅਜੋਗੀਆਂ ਦਾ ਪੰਥ ਹੈ ਆਈ। ਆਈ ਪੰਥ ਦਾ ਸ੍ਰੀ ਜਪਜੀ ਸਾਹਿਬ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਹੇਤੂ, ਭਾਵ, ਆਈ, ਗਮੈ, ਪਾਗਲ, ਗੋਪਾਲ, ਦਾਸ ਤੇ ਕੰਬੜੀ, ਬਨ, ਤਰਜ, ਚੋਲੀ ਤੇ ਅਤੇ ਰਾਵਣ। ਇਹ ਸ਼ਾਸਤਰ ਬਾਰੇ ਬ੍ਰਾਹਮਣ ਝਗੜਦੇ ਰਹਿੰਦੇ ਸਨ ਆਪਸ ਵਿੱਚ। ਕਰੇ ਸ਼ਾਸਤਰਨ ਵਿਪਰ ਕੁਬਾਦਾ, ਕਰੇ ਸ਼ਾਸਤਰਨ ਵਿਪਰਨ ਕੁਬਾਦਾ। ਇਹ ਬਹੁਤ ਕੁਵਾਦ ਆਪਸ ਵਿੱਚ ਝਗੜੇ ਕਰਦੇ ਰਹਿੰਦੇ ਸਨ ਬ੍ਰਾਹਮਣ, ਇਹਨਾਂ ਦੇ ਵਿੱਚ ਲਿਪਟੇ ਹੋਏ। ਬਹੁਤ ਪਰਸਪਰ ਵਧਤ ਬਖਾਦਾ, ਆਪਸ ਵਿੱਚ ਬਹੁਤ ਫਸਾਦ ਕਰਦੇ ਸਨ। ਮੂੰਡ ਵੰਡਾਵੇ ਹੋਏ ਸੰਨਿਆਸੀ, ਸਿਰ ਮੁਨਾ ਕੇ ਕਈ ਸੰਨਿਆਸੀ ਬਣ ਗਏ। ਗਰਭ ਨਾਰ ਮੇਰੇ ਦਾ ਪਰ ਦੁਰਾਤੀ, ਹਰ ਵੇਲੇ ਦਿਲ ਵਿੱਚ ਧਨ ਤੇ ਇਸਤਰੀ ਪਿੱਛੇ ਭਟਕਦਾ ਰਹਿੰਦਾ ਹੈ। ਭਏ ਅਤੀਤ ਖਾਏ ਬੈਰਾਗੀ। ਸੱਚੇ ਪਾਤਸ਼ਾਹ ਉਸ ਸਮੇਂ ਦੀ ਹਾਲਤ ਇਹ ਸੀ, ਧੰਨ ਗੁਰੂ ਅੰਗਦ ਸਾਹਿਬ ਜੀ। ਕਈ ਅਤੀਤ ਹੋ ਕੇ ਆਪਣੇ ਆਪ ਨੂੰ ਬੈਰਾਗੀ ਕਹਾਉਂਦੇ ਸਨ। ਗ੍ਰਸਤੀ ਤੇ ਵਦ ਮਨ ਦਉ ਲਾਗੇ, ਪਰ ਉਹਨਾਂ ਦਾ ਮਨ ਗ੍ਰਸਤੀਆਂ ਤੋਂ ਵੀ ਵੱਧ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਸੀ। ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਹੋ ਕੇ ਕਰ ਮੰਗਣ ਜਾਈ। ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਗੁਰੂ ਸਾਹਿਬ ਜੀ ਜਦੋਂ ਜੋਗੀਆਂ ਨਾਲ ਵਾਰਤਾਲਾਪ ਹੁੰਦੀ ਹੈ, ਅਤੀਤ ਸਦਾਏ ਮਾਇਆ ਕਾ ਮਾਤਾ, ਮਾਨੀ ਪ੍ਰੀਤ ਮੁਖੋਂ ਗੰਢ ਲਾਤਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਤੀਤ ਹੋ ਕੇ ਆਪਣੇ ਆਪ ਨੂੰ ਬੈਰਾਗੀ ਕਹਾਉਂਦੇ ਸਨ। ਗ੍ਰਸਤੀ ਤੇ ਵੱਧ ਮਨ ਦੌਣ ਲੱਗੀ। ਉਹਨਾਂ ਦੀ ਦੌੜ ਗ੍ਰਸਤੀਆਂ ਵੱਲ ਭੱਜਦੀ ਸੀ, ਫਿਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਸਨ। ਪੰਡਤ ਪਹਿਰੂਆ ਕ੍ਰੇਸ ਤੇ, ਪੰਡਤ ਪਹਿਰੇਦਾਰ ਚੋਰੀ ਕਰਦੇ ਸਨ। ਵਾਰੀ ਕੋ ਸਦਨ ਕਰੇ, ਜਦੋਂ ਪਹਿਰੇਦਾਰ ਹੀ ਚੋਰੀ ਕਰਨ ਲੱਗ ਪਵੇ, ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਫਿਰ ਘਰ ਦੀ ਰਖਵਾਲੀ ਕੌਣ ਕਰੇ? ਇਹ ਪੰਡਤ ਜਿਹੜੇ ਸਨ ਪਹਿਰੇਦਾਰ ਸਨ ਧਰਮ ਦੇ, ਕਾਜੀ ਤੇ ਪੰਡਤ ਤੇ ਜੋਗੀ। ਇਹੋ ਹੀ ਪ੍ਰਜਾ ਨੂੰ ਤੰਗ ਕਰ ਰਹੇ ਸਨ, ਲੁੱਟ ਰਹੇ ਸਨ, ਚੋਰੀ ਕਰ ਰਹੇ ਸਨ, ਤੇ ਫਿਰ ਰਖਵਾਲੀ ਕੌਣ ਕਰੇ? ਦੀ ਬਾਰ ਰਖਬਾਰ ਨਰਪਾਲਾ, ਰਾਜੇ ਪ੍ਰਜਾ ਦੀ ਰੱਖਿਆ ਲਈ ਵਾੜ ਹੁੰਦੇ ਹਨ। ਪ੍ਰਜਾ ਖੇਤ ਕੋ ਖਾਦ ਘੁਟਾਲਾ, ਪਰ ਵਾੜ ਬਣੇ ਰਾਜੇ ਹੀ ਬੁਰੀ ਤਰ੍ਹਾਂ ਪ੍ਰਜਾ ਨੂੰ ਖਾ ਰਹੇ ਸਨ। ਜਿਹੜੀ ਉਲਟੀ ਵਾੜ ਖੇਤ ਕੋ ਖਾਏ ਵਾਲੀ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਏ। ਤਾਂ ਪ੍ਰਜਾ ਜਿਹੜੀ ਹੈ ਖੇਤ ਦੀ ਨਿਆਈ ਹੈ,
ਜਿਹੜੇ ਰਾਜੇ ਨੇ ਉਹ ਵਾੜ ਦੀ ਨਿਆਈ ਨੇ, ਤੇ ਵਾੜ ਬਣੇ ਰਾਜੇ ਹੀ ਪ੍ਰਜਾ ਨੂੰ ਬੁਰੀ ਤਰ੍ਹਾਂ ਖਾ ਰਹੇ ਸਨ। ਹਾਂਜੀ। ਦੋਹਰਾ ਭਇਓ ਭਾਰ ਧਰ ਪਰ ਅਦਕ ਧਰਮ ਧਰਤ ਨਹਿ ਧੀਰ। ਪਾਪਾਂ ਦੀ ਧਰਤੀ ਉੱਤੇ ਪਾਪਾਂ ਦਾ ਬਹੁਤ ਭਾਰ ਵੱਧ ਗਿਆ, ਭਾਰ ਪੈ ਗਿਆ। ਧਰਮ ਹੌਸਲਾ ਨਹੀਂ ਸੀ ਧਾਰਨ ਕਰਦਾ। ਭਾਉ ਭਗਤ ਨੇ ਜਗਤ ਮੈਂ ਬਿਕੁਲ ਭਈ ਭੈ ਭੀਰ। ਇਹ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਜਗਤ ਵਿੱਚ ਕੋਈ ਪ੍ਰੇਮ ਭਾਵ ਨਹੀਂ ਸੀ, ਧਰਤੀ ਭੈ ਨਾਲ ਭੈ ਭੀਤ ਹੋ ਗਈ। ਜੋ ਪਈ ਏਕ ਓੰਕਾਰ ਆਰਾਧਨ ਕੀਨਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਧਰਤੀ ਤੇ ਪਾਪ ਵੱਧ ਗਏ ਨਾ, ਫਿਰ ਧਰਤੀ ਨੇ ਬੜੀ ਅਧੀਨਤਾ ਨਾਲ ਏਕ ਓੰਕਾਰ ਪ੍ਰਮਾਤਮਾ ਦੀ ਆਰਾਧਨਾ ਕੀਤੀ। ਸਤਿਗੁਰਾਂ ਦੀ ਪਾਵਨ ਗੁਰਬਾਣੀ ਅੰਦਰ ਵੀ ਆਇਆ, ਮਲਾਰ ਦੀ ਵਾਰ ਅੰਦਰ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਏ। ਧਰਤੀ ਨੇ ਬੜੀ ਅਧੀਨਤਾ ਨਾਲ ਬੇਨਤੀ ਕਰਦੇ ਹੋਏ ਏਕ ਓੰਕਾਰ ਪ੍ਰਮਾਤਮਾ ਦੀ ਆਰਾਧਨਾ ਕੀਤੀ। ਭਗਤ ਬੇਨਤੀ ਭਈ ਅਧੀਨਾ। ਧਰਤੀ ਨੇ ਕਿਹਾ, ਹੈ ਪਰਮੇਸ਼ਰ ਪ੍ਰਭੂ ਜੀ, ਪਰਮੇਸ਼ਰ ਪਰ ਪੁਰਖ ਪੁਰਾਤਨ। ਹੈ ਸੱਚੇ ਪਾਤਸ਼ਾਹ, ਗਰੀਬ ਨਵਾਜ਼ ਸਤਿਗੁਰੂ ਜੀ, ਮੇਰੀ ਬੇਨਤੀ ਸੁਣੋ। ਤੁਸੀਂ ਅਨਾਦ ਹੋ, ਪਰਮ ਪਰਾਵਰਨਾਥ ਸਨਾਤਨ। ਤੁਸੀਂ ਸੰਸਾਰ ਦੀ ਵੱਡੀ ਤੋਂ ਵੱਡੀ ਤਾਕਤ ਨਾਲੋਂ ਵੀ ਵੱਡੇ ਹੋ, ਤੇ ਸਨਾਤਨ ਤੋਂ ਭਾਵ ਵੱਡੇ ਹੋ। ਦੀਨ ਬੰਦ ਪ੍ਰਭ ਦੀਨ ਦਇਆਲਾ। ਧਰਤੀ ਬੇਨਤੀ ਕਰਦੀ ਹੈ, ਸੱਚੇ ਪਾਤਸ਼ਾਹ ਦੀਨਾਂ ਦੇ ਪਿਆਰੇ ਪ੍ਰਭੂ, ਸਦਾ ਤੁਸੀਂ ਦੀਨਾਂ ਤੇ ਦਇਆ ਕਰਦੇ ਹੋ। ਦੀਨਾਨਾਥ ਪ੍ਰੋਗ ਪ੍ਰਤਪਾਲਾ। ਇਹ ਦੀਨਾਂ ਦੇ ਸੁਆਮੀ, ਤੁਸੀਂ ਗੁਪਤ ਅਤੇ ਪ੍ਰਤਪਾਲਕ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਸੱਚੇ ਪਾਤਸ਼ਾਹ, ਅਜਰ ਅਮਰ ਅਨਵਦ ਅਪੇਖਾ। ਤੁਸੀਂ ਬੁਢਾਪੇ ਤੋਂ ਰਹਿਤ ਹੋ, ਮੌਤ ਤੋਂ ਰਹਿਤ ਹੋ, ਭੈ ਨਿਰੰਜਨ ਲੱਖ ਲੇਖਾ। ਕਥਨ ਤੋਂ ਪਰੇ ਹੋ, ਭੇਖ ਰਹਿਤ ਹੋ, ਡਰ ਰਹਿਤ ਹੋ, ਮਾਇਆ ਤੋਂ ਰਹਿਤ ਹੋ, ਤੇ ਲੇਖੇ ਤੋਂ ਰਹਿਤ ਹੋ। ਧਰਤੀ ਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰ ਰਹੀ ਹੈ। ਕਲ ਮਲ ਕਲ ਕੇ ਕਾਲ ਬਿਥਾਰਾ। ਸੱਚੇ ਪਾਤਸ਼ਾਹ, ਕਲਯੁਗ ਦੇ ਸਮੇਂ ਪਾਪ ਫੈਲ ਗਏ ਹਨ। ਅਬਹਿ ਭਾਰ ਨਹਿ ਜਾਏ ਸੰਭਾਰਾ। ਧਰਤੀ ਕਹਿੰਦੀ ਹੁਣ ਨਹੀਂ ਮੈਥੋਂ ਭਾਰ ਚੁੱਕਿਆ ਜਾਂਦਾ ਪਾਪਾਂ ਦਾ। ਅਕਾਲ ਪੁਰਖ ਵਾਹਿਗੁਰੂ, ਅਤ ਦੁਸ਼ਟਰ ਦੁਖ ਵੇਲਾ ਭਇਓ। ਮੇਰੇ ਤੇ ਹੁਣ ਬਹੁਤ ਔਖਾ ਸਮਾਂ ਤੇ ਦੁਖਦਾਇਕ ਸਮਾਂ ਆ ਗਿਆ ਹੈ। ਸੱਚੇ ਪਾਤਸ਼ਾਹ, ਮੇਰੇ ਅਵਲੰਬ ਜਾਤ ਨ ਰਹਿਓ। ਹੁਣ ਪ੍ਰਭੂ ਤੇਰੇ ਅਵਲੰਬ ਦੇ ਪਰ ਅਰਥ ਨੇ ਆਸਰਾ। ਹੇ ਵਾਹਿਗੁਰੂ, ਹੁਣ ਤੇਰੇ ਆਸਰੇ ਤੋਂ ਬਗੈਰ ਜੀਵਤ ਨਹੀਂ ਰਹਿ ਸਕਦੀ। ਧਰਤੀ ਬੇਨਤੀ ਕਰਦੀ ਨਿਰੰਕਾਰ ਨੂੰ। ਦੋਹਰਾ ਸਤਜੁਗ ਮੈਂ ਚਾਰੋ ਚਰਨ ਤ੍ਰੇਤੇ ਤੀਨ ਰਹਾਏ। ਸਤਜੁਗ ਦੇ ਵਿੱਚ ਧਰਮ ਦੇ 4 ਪੈਰ ਸਨ, ਤ੍ਰੇਤੇ ਦੇ ਵਿੱਚ 3 ਰਹਿ ਗਏ, ਤੇ ਅੱਗੇ ਦੁਆਪਰ ਮੈਂ 2 ਰਹੇ, ਕਲ ਇੱਕ ਚਰਨ ਟਿਕਾਏ। ਦੁਆਪਰ ਯੁੱਗ ਦੇ ਵਿੱਚ 2 ਧਰਮ ਦੇ ਪੈਰ ਰਹਿ ਗਏ, ਸਤਜੁਗ ਦੇ ਵਿੱਚ 4 ਪੈਰ ਧਰਮ ਦੇ ਸਨ, ਤ੍ਰੇਤੇ ਦੇ ਵਿੱਚ 3 ਰਹਿ ਗਏ, ਦੁਆਪਰ ਦੇ ਵਿੱਚ ਧਰਮ ਦੇ 2 ਪੈਰ ਰਹਿ ਗਏ, ਤੇ ਕਲਯੁਗ ਦੇ ਵਿੱਚ ਧਰਮ ਕੇਵਲ ਤੇ ਕੇਵਲ 1 ਪੈਰ ਤੇ ਟਿਕਿਆ। ਧਰਤੀ ਕਹਿੰਦੀ, ਮਹਾਰਾਜ ਹੁਣ ਤਾਂ ਮੇਰਾ ਇੱਕੋ ਹੀ ਪੈਰ ਰਹਿ ਗਿਆ ਧਰਮ ਦਾ। ਚੌਪਈ ਕਲਮਲ ਮੈਂ ਆਇਓ ਅਕਲ ਕਾਲਾ। ਕਲਯੁਗ ਦਾ ਸਮਾਂ ਪਾਪ ਰੂਪ ਹੈ, ਭਇਓ ਸੋ ਜਾਂਤੇ ਭਾਰ ਬਸਾਲਾ। ਇਸ ਕਰਕੇ ਮੇਰੇ ਉੱਪਰ ਬਹੁਤ ਭਾਰ ਪਿਆ ਹੈ। ਇੱਕ ਚਰਨ ਤੇ ਟਿਕਾ ਨਾ ਜਾਈ। ਹੁਣ ਮਹਾਰਾਜ ਮੇਰੇ ਕੋਲੋਂ 1 ਪੈਰ ਤੇ ਨਹੀਂ ਟਿਕਿਆ ਜਾਂਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਖੀ ਹੋ ਕੇ ਧਰਤੀ ਪੁਕਾਰ ਕਰਦੀ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਿਪੂਰਨ ਪ੍ਰਮਾਤਮਾ, ਹੁਣ ਮੇਰੇ ਕੋਲੋਂ 1 ਪੈਰ ਤੇ ਨਹੀਂ ਟਿਕਿਆ ਜਾਂਦਾ। ਮੈਨੇ ਅਵਲੰਬ ਨ ਥਿਰਤਾ ਪਾਈ। ਸੱਚੇ ਪਾਤਸ਼ਾਹ, ਤੇਰੇ ਆਸਰੇ ਤੋਂ ਬਗੈਰ ਹੁਣ ਮੈਂ ਥਿਰ ਨਹੀਂ ਰਹਿ ਸਕਦੀ। ਏਕ ਓੰਕਾਰ ਬਿਨੈ ਸੁਨ ਲੀਜੈ। ਧਰਤੀ ਕਹਿੰਦੀ, ਹੇ ਏਕ ਓੰਕਾਰ ਵਾਹਿਗੁਰੂ, ਮੇਰੀ ਬੇਨਤੀ ਸੁਣ ਲਵੋ। ਫਿਰ ਹੋਵੋ ਕੋ ਅਵਲੰਬ ਦੀਜੈ। ਮੈਨੂੰ ਸਥਿਰ ਹੋਣ ਵਾਸਤੇ, ਸਥਿਰ ਹੋਣ ਵਾਸਤੇ ਮੈਨੂੰ ਆਸਰਾ ਦੇਵੋ। ਥਿਰ ਹੋਵੋ ਕੋ ਅਵਲੰਬ ਦੀਜੈ। ਅਵਲੰਬ ਦੇ ਅਰਥ ਨੇ ਆਸਰਾ। ਮਹਾਰਾਜ ਮੇਰੀ ਬੇਨਤੀ ਤਾਂ ਸੁਣੋ, ਥਿਰ ਹੋਣ ਵਾਸਤੇ ਮੈਨੂੰ ਆਸਰਾ ਦੇ ਦੇਵੋ। ਜੋਤੀ ਰੂਪ ਆਤਰੀ ਬਾਨੀ। ਜੋਤੀ ਸਰੂਪ ਵਾਹਿਗੁਰੂ ਨੇ ਧਰਤੀ ਦੀ ਦੁੱਖ ਭਰੀ ਫਰਿਆਦ ਸੁਣੀ। ਹਾਂਜੀ, ਸੁਰਤ ਵਿਚਾਰ ਕੀਨ ਸੁਖਦਾਨੀ। ਸੁੱਖਾਂ ਦੇ ਦਾਤੇ ਨੇ ਧਰਤੀ ਦੀ ਪੁਕਾਰ ਸੁਣ ਕੇ ਸੋਚ ਵਿਚਾਰ ਕੀਤੀ। ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਰਜ ਕੋ ਬਹੁਤ ਬਿਠਾਏ। ਆਖਿਆ ਧਰਤੀ ਨੂੰ ਕਿ ਇਸ ਕਾਰਜ ਵਾਸਤੇ ਤਾਂ ਮੈਂ ਬੜੇ ਪੈਗੰਬਰ ਭੇਜੇ ਸਨ। ਧਰਤੀ ਤੇਰਾ ਭਾਰ ਵੰਡਾਉਣ ਵਾਸਤੇ
ਤੈਨੂੰ ਸੁਖੀ ਕਰਨ ਵਾਸਤੇ ਤਾਂ ਬੜੇ ਪੈਗੰਬਰ ਭੇਜੇ ਸਨ, ਜਾਏ ਤਹਾਂ ਨਿਜ ਪੰਥ ਚਲਾਏ। ਪਰ ਉਹ ਧਰਤੀ ਉੱਤੇ ਜਾ ਕੇ ਆਪਣਾ ਹੀ ਪੰਥ ਚਲਾ ਲੈਂਦੇ। ਮੈਂ ਕੀ ਕਰਾਂ ਦੱਸ। ਜਿਹੜੇ ਜਿਹੜੇ ਭੇਜੇ ਉਹਨਾਂ ਆਪੋ ਆਪਣੇ ਪੰਥ ਚਲਾ ਲਏ। ਹਾਂਜੀ, ਬਿਸਰੇ ਜਾਂ ਕਾਰਜ ਤਹਿ ਗਏ। ਜਿਹੜੇ ਕਾਰਜ ਨੂੰ ਮੈਂ ਉਹਨਾਂ ਨੂੰ ਭੇਜਿਆ ਸੀ ਉਹ ਕਾਰਜ ਹੀ ਭੁੱਲ ਜਾਂਦੇ ਹਨ। ਜਿੰਨੇ ਪੈਗੰਬਰ ਔਲੀਏ ਸੰਸਾਰ ਤੇ ਭੇਜੇ ਹਨ, ਆਪਣੇ ਆਪਣੇ ਮਤ ਠਹਿਰਾਏ। ਸਾਰੇ ਆਪਣਾ ਆਪਣਾ ਮਤ ਚਲਾ ਲੈਂਦੇ ਹਨ। ਕਿਨਹੁ ਨ ਮਹਿਮਾ ਨਾਮ ਉਥਾਰੀ। ਕਿਸੇ ਨੇ ਵੀ ਨਾਮ ਦੀ ਮਹਿਮਾ ਦਾ ਪ੍ਰਚਾਰ ਨਹੀਂ ਕੀਤਾ। ਅਕਾਲ ਪੁਰਖ ਵਾਹਿਗੁਰੂ ਕਹਿੰਦੇ ਕਿ ਕਿਸੇ ਨੇ ਵੀ ਨਾਮ ਦਾ ਪ੍ਰਚਾਰ ਨਹੀਂ ਕੀਤਾ ਮੇਰੇ ਦਾ। ਭਾਉ ਭਗਤ ਕੀ ਰੀਤ ਨਾ ਡਾਰੀ। ਅਤੇ ਪ੍ਰੇਮ ਪਿਆਰ ਦੀ ਰੀਤ ਨਹੀਂ ਚਲਾਈ ਕਿਸੇ ਪੈਗੰਬਰ ਨੇ ਵੀ। ਜੋ ਹੋਵਤ ਅਵਲੰਬਤ ਛੋਨੀ। ਇੰਜ ਵਿਚਾਰ ਕਰਕੇ ਜਗਤ ਦੇ ਕਾਰਨ ਵਾਹਿਗੁਰੂ ਜੀ ਬੋਲੇ, ਜੋ ਵਿਚਾਰ ਬੋਲੇ ਜਗ ਜੋਨੀ। ਇਹ ਧਰਤੀ ਨੂੰ ਮੈਂ ਆਸਰਾ ਦੇਵਾਂਗਾ ਤੇ ਉਹ ਆਸਰੇ ਵਾਲੀ ਹੋਵੇਗੀ। ਹੁਣ ਮੈਂ ਕਿਸੇ ਪੈਗੰਬਰ ਨੂੰ ਨਹੀਂ ਭੇਜਣਾ। ਹੁਣ ਮੈਂ ਆਪ ਧਰਤੀ ਦੇ ਦੁੱਖ ਦੂਰ ਕਰਨ ਵਾਸਤੇ, ਪਾਪ ਨਾਸ਼ ਕਰਨ ਵਾਸਤੇ ਧਰਤੀ ਤੇ ਜਾਵਾਂਗਾ। ਨਾਮ ਕੀਰਤਨ ਬੇਥਰ ਹੋ ਜਬ ਹੀ। ਜਦ ਨਾਮ ਤੇ ਕੀਰਤਨ ਦਾ ਪ੍ਰਵਾਹ ਚੱਲ ਪਵੇਗਾ, ਹੇ ਧਰਤੀ, ਤੋ ਜਬ ਲੰਬ ਹੋਏ ਹੈ ਤਬ ਹੀ। ਤਾਂ ਤੈਨੂੰ ਵੀ ਆਸਰਾ ਮਿਲ ਜਾਵੇਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਦ ਨਾਮ ਕੀਰਤਨ ਦਾ ਪ੍ਰਵਾਹ ਚੱਲ ਪਵੇਗਾ, ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਧਰਤੀ ਤੈਨੂੰ ਵੀ ਆਸਰਾ ਮਿਲ ਜਾਵੇਗਾ, ਤੂੰ ਵੀ ਥਿਰ ਹੋ ਜਾਵੇਂਗੀ। ਨਾ ਤੇ ਪ੍ਰਗਟਾਵੋ ਜਗ ਆਏ। ਇਸ ਕਰਕੇ ਹੁਣ ਮੈਨੂੰ ਆਪ ਹੀ ਸੰਸਾਰ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। ਭੱਟਾਂ ਨੇ ਐਵੇਂ ਤਾਂ ਨਹੀਂ ਨਾ ਕਹਿ ਦਿੱਤਾ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕਹਿੰਦੇ ਜਾਂ ਤੇ ਪ੍ਰਗਟਾਵੋ ਜਗ ਆਏ। ਹੁਣ ਮੈਨੂੰ ਆਪ ਹੀ ਜਗ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। ਮੋਹ ਬਿਨ ਹੋਤ ਨਾਨ ਉਪਾਏ। ਮੇਰੇ ਬਗੈਰ ਹੋਰ ਕੋਈ ਉਪਾਅ ਨਹੀਂ ਹੋ ਸਕਦਾ। ਧਰਮ ਧਾਮ ਧਰ ਧੀਰਜ ਦੀਨੋ। ਧਰਮ ਦੇ ਘਰ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਨੂੰ ਧੀਰਜ ਦਿੱਤਾ ਤੇ ਕਿਹਾ, ਆਏ ਅਵਲੰਬ ਹੋਏ ਦੁਖ ਸ਼ੀਨੋ। ਮੈਂ ਤੇਰਾ ਆਸਰਾ, ਤੇਰਾ ਸਹਾਰਾ ਬਣ ਕੇ ਸਭ ਦੁੱਖਾਂ ਦਾ ਨਾਸ਼ ਕਰ ਦੇਵਾਂਗਾ, ਚਿੰਤਾ ਨਾ ਕਰ। ਸੁਣ ਕਰ ਗਿਰਾ ਗਗਨ ਕੀ ਸੋਨੀ। ਆਕਾਸ਼ ਦੀ ਮਿੱਠੀ ਬਾਣੀ ਸੁਣ ਕੇ ਮੁਖ ਤੋਂ ਮੋਹ ਲੈਣ ਵਾਲੀ, ਮੁਖ ਨੂੰ ਮੋਹ ਲੈਣ ਵਾਲੀ ਧਰਤੀ ਕੀ ਕਰਦੀ ਹੈ? ਹੋਰ ਕਰ ਪਰਮ ਹਰਖ ਮੁਖ ਮੋਨੀ। ਆਕਾਸ਼ ਅਕਾਲ ਪੁਰਖ ਵਾਹਿਗੁਰੂ ਦੀ ਮਿੱਠੀ ਬਾਣੀ ਸੁਣ ਕੇ ਮੋਹ ਲੈਣ ਵਾਲੀ, ਮੁਖ ਨੂੰ ਮੋਹ ਲੈਣ ਵਾਲੀ ਧਰਤੀ ਆਪਣੇ ਦਿਲ ਵਿੱਚ ਬਹੁਤ ਖੁਸ਼ ਹੋਈ। ਹਾਂਜੀ, ਜਗ ਮੈਂ ਰਗਵਰ ਕੁਲ ਅਕਲੰਕਾ। ਜਗਤ ਵਿੱਚ ਸ਼੍ਰੀ ਰਾਮਚੰਦਰ ਜੀ ਦੀ ਕੁਲ ਕਲੰਕ ਰਹਿਤ ਹੈ। ਪ੍ਰਗਟੇ ਬੇਦੀ ਕੁਮੋਦ ਮਯੰਕਾ। ਧਰਤੀ ਨੂੰ ਆਨੰਦ ਦੇਣ ਵਾਲੇ ਚੰਦਰਮਾ ਵਰਗੇ ਗੁਰੂ ਨਾਨਕ ਦੇਵ ਜੀ ਸੁੰਦਰ ਸਰੂਪ ਬੇਦੀ ਕੁਲ ਵਿੱਚ ਪ੍ਰਗਟ ਹੋਏ। ਏਕ ਓੰਕਾਰ ਧਾਰਨ ਜਰੂਪਾ। ਏਕ ਓੰਕਾਰ ਵਾਹਿਗੁਰੂ ਜੀ ਆਪ ਸਤਿਗੁਰੂ ਜੀ ਦਾ ਅਨੂਪਮ ਰੂਪ ਧਾਰਨ ਕਰਕੇ ਪ੍ਰਗਟੇ ਸਤਿਗੁਰ ਰੂਪ ਅਨੂਪਾ। ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰਨ ਕਰਕੇ ਪ੍ਰਗਟ ਹੋਏ ਕਲਯੁਗ ਅੰਦਰ। ਦੋਹਰਾ ਨਿਸਗੁਚਾਲ ਕਲ ਕਾਲ ਤਮ ਉਡਗਨ ਦੰਭ ਸਮਾਜ। ਰਾਤ ਰੂਪੀ ਭੈੜੀਆਂ ਰਸਮਾਂ ਰੀਤਾਂ ਕਲਕਾਲ ਦਾ ਹਨੇਰਾ ਤਾਰੇ ਪਖੰਡ ਸਮਾਜ ਹੋਰ ਮਤ। ਭੈ ਕੁਮਦ ਸੇ ਅਨਕ ਮਤ ਇੰਦ ਮੁਹੰਮਦ ਰਾਜ। ਇੰਦਰ ਅਤੇ ਮੁਹੰਮਦ ਰਾਜੇ ਸੱਚ ਦਾ ਚੰਦਰਮਾ ਚੜ੍ਹਨ ਨਾਲ ਅਲੋਪ ਹੋ ਗਏ। ਕਉ ਪਈ ਤਿਨ ਕੋ ਹਰਨ ਬਾਲ ਦਿਨ ਰਾਉ। ਤੇਜ ਪ੍ਰਭਾਵ ਵਾਲੇ ਗੁਰੂ ਨਾਨਕ ਦੇਵ ਜੀ ਜਦ ਪ੍ਰਗਟ ਹੋਏ, ਬਾਲ ਅਵਸਥਾ ਦਾ ਸੂਰਜ ਉਹਨਾਂ ਨੂੰ ਲੈਣ ਵਾਸਤੇ ਆਇਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਿਨ ਕੋ ਹਰਨ ਬਾਲ ਦਿਨ ਰਾਉ, ਉਦੈ ਸੁਨਾਨਕ ਤੇਜ ਪ੍ਰਭਾਉ। ਗੁਰੂ ਨਾਨਕ ਦੇਵ ਜੀ ਜਦ ਪ੍ਰਗਟ ਹੋਏ ਨਾ, ਕਹਿੰਦੇ ਬਾਲ ਅਵਸਥਾ ਦਾ ਸੂਰਜ ਉਹਨਾਂ ਨੂੰ ਲੈਣ ਆਇਆ। ਬਚਨ ਕਿਰਨ ਜਾ ਮਹਿ ਪ੍ਰਕਾਸ਼ੇ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਸੰਤ ਤੁਮਾਰਸ ਹੇਰ ਉਕ ਵਿਕਾਸੇ। ਸੰਤ ਤਾਮਰਸ ਹੇਰ ਵਿਕਾਸੇ। ਸੰਤ ਤੇ ਕਮਲ ਵੇਖ ਕੇ ਖਿੜ ਗਏ। ਜਦ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਨਾ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਸਾਰੇ ਸੰਤ ਕਵਲ ਵੇਖ ਕੇ ਖਿੜ ਗਏ। ਲੰਬੀ ਸਮ ਓ ਲੋਕ ਦੁਖ ਭਾਰੀ। ਪਰ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਦੇ ਨਾਲ ਸੰਤ ਰੱਬ ਦੇ ਪਿਆਰੇ ਭਗਤ ਕਮਲ ਫੁੱਲ ਦੀ ਤਰ੍ਹਾਂ ਖਿੜ ਗਏ।
ਪਰ ਕਈਆਂ ਨੂੰ ਦੁੱਖ ਵੀ ਹੋਇਆ, ਦੁਖੀ ਵੀ ਹੋਏ। ਉਹ ਕਿਹੜੇ ਸਨ? ਦੰਭੀਆਂ। ਦੰਭੀ ਸਮ ਉਲੂਕ ਦੁਖ ਭਾਰੀ। ਦੰਭੀ ਪਖੰਡੀਆਂ ਤੇ ਉੱਲੂਆਂ ਭਾਵ ਮੂਰਖਾਂ ਨੂੰ ਭਾਰੀ ਦੁੱਖ ਹੋਇਆ। ਕਿੰਕਰ ਗੋਗ ਭਏ ਸੁਖਿਆਰੀ। ਪਰ ਸਿੱਖ ਅਤੇ ਦਾਸ ਬਹੁਤ ਸੁਖਿਆਰੇ ਹੋ ਗਏ। ਜਿਹੜੇ ਦੰਭੀ ਪਖੰਡੀ ਉੱਲੂਆਂ ਦੇ ਸਮਾਨ ਸਨ, ਮੂਰਖ ਸਨ, ਉਹਨਾਂ ਨੂੰ ਭਾਰੀ ਦੁੱਖ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦੇ ਨਾਲ। ਕਿੰਕਰ ਕੋਕ ਭਏ ਸੁਖਿਆਰੀ। ਪਰ ਜਿਹੜੇ ਸਿੱਖ ਤੇ ਦਾਸ, ਕਿੰਕਰ ਦੇ ਅਰਥ ਨੇ ਦਾਸ, ਜਿਹੜੇ ਸਿੱਖ ਤੇ ਦਾਸ ਸਨ ਬਹੁਤ ਸੁਖੀ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਹੋਣਾ ਕਰਕੇ। ਆਤਮ ਭਗਤ ਜਗਤ ਪ੍ਰਕਾਸ਼ੀ। ਪ੍ਰਭੂ ਭਗਤੀ ਦੀ ਲਹਿਰ ਜਗਤ ਵਿੱਚ ਪ੍ਰਕਾਸ਼ਮਨ ਹੋਏ। ਅਵਿਦਿਆ ਸਿੱਖਨ ਨਾਸ਼ੀ। ਸਿੱਖਾਂ ਦੀ ਆਲਸਾ ਤੇ ਅਵਿਦਿਆ ਦਾ ਨਾਸ ਹੋ ਗਿਆ। ਗਿਆਨ ਨਾਮੇ ਨਿਰਬਲ ਜਾਗੇ। ਗਿਆਨ ਅਤੇ ਨਾਮ ਵਿੱਚ ਸ੍ਰੇਸ਼ਟ ਪੁਰਖ ਜਾਗਰੂਕ ਹੋ ਗਏ। ਕਲ ਮਲ ਸੁਪਨਾ ਜਿਉ ਮਨ ਤਿਆਗੇ। ਹਨੇਰਾ ਇੰਜ ਲੋਪ ਹੋ ਗਿਆ ਜਿਵੇਂ ਸੁਪਨਾ ਮਨ ਨੂੰ ਛੱਡ ਕੇ ਚਲੇ ਜਾਂਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਇਹਦੇ ਹਨੇਰਾ ਇਸ ਤਰ੍ਹਾਂ ਗਾਇਬ ਹੋ ਗਿਆ, ਹਨੇਰਾ ਇਸ ਤਰ੍ਹਾਂ ਲੋਪ ਹੋ ਗਿਆ ਜਿਵੇਂ ਕੋਈ ਸੁਪਨਾ ਮਨ ਨੂੰ ਸਵੇਰੇ ਛੱਡ ਕੇ ਚਲਾ ਜਾਂਦਾ ਹੈ। ਧਰਮ ਧਰਤ ਧੀਰਜ ਕੇ ਹਿਤਾ। ਧਰਮ ਧਰਤੀ ਤੇ ਧੀਰਜ ਦੇ ਹਿੱਤ ਲਈ। ਟੇ ਸ੍ਰੀ ਬੇਦੀ ਕੁਲ ਕੇਤਾ। ਬੇਦੀ ਕੁਲ ਦੇ ਤਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ, ਤਿੰਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੇ ਜੈ ਤੇ ਪੈ ਸਹਾਏ। ਸੋ ਸਾਹਿਬ ਕਿਰਪਾ ਕਰਨ। ਇੱਥੋਂ ਤੱਕ ਪ੍ਰਸੰਗ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਗੁਰੂ ਸਾਹਿਬ ਜੀ ਦੀ ਅਮਰ ਕਰ ਦੇਣ ਵਾਲੀ ਅਮਰ ਕਥਾ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ। ਇੱਥੋਂ ਅੱਗੇ ਫਿਰ ਅਗਲੇ ਪ੍ਰਸੰਗ ਅੰਦਰ ਆਪਾਂ ਗੁਰੂ ਸਾਹਿਬ ਜੀ ਦੀ ਮਹਿਮਾ ਸਰਵਣ ਕਰਾਂਗੇ। ਪਿਆਰ ਸਤਿਕਾਰ ਸਹਿਤ ਸਾਰੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ